ਚਮਚਾ ਕਮਿਸ਼ਨਰੀ ਤਾਂ ਹੋ ਸਕਦਾ ਪਰ ਮਿਸ਼ਨਰੀ ਨਹੀਂ ਹੋ ਸਕਦਾ। ਚਮਚਾ ਸੋਨੇ ਦਾ ਬੇਸ਼ੱਕ ਹੋਵੇ ਪਰ ਮਾਂਜਿਆ ਸੁਆਹ ਨਾਲ ਜਾਂਦਾ। ਕਿੰਨੀਆਂ ਖੂਬਸੂਰਤ ਲਾਈਨਾਂ ਨੇ ਬਹੁਜਨਾਂ ਦੇ ਰਾਜਨੀਤਿਕ ਪੰਤਾਵਾਂ ਮਾਨਯਵਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀਆਂ। ਮੈਂ ਪੰਮੀ ਲਾਲੂ ਮਜਰਾ, ਤੁਸੀਂ ਦੇਖ ਰਹੇ ਹੋ ਡੇਲੀ ਲੋਕ ਆਵਾਜ਼। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਇੱਕ ਹਫ਼ਤੇ ਵਿੱਚ ਸਾਹਿਬ ਕਾਂਸ਼ੀ ਰਾਮ ਦੇ ਨਾਲ ਰਹੇ ਉਹਨਾਂ ਦੇ ਸਾਥੀ ਨਾਲ ਇੰਟਰਵਿਊ ਕਰਕੇ ਸਾਹਿਬ ਦੀਆਂ ਪਰਦੇ ਪਿੱਛੇ ਕਹੀਆਂ ਹੋਈਆਂ ਗੱਲਾਂ ਨੂੰ ਆਪਣੇ ਪਾਠਕਾਂ ਦੇ ਬਹੁਜਨ ਸਰੋਤਿਆਂ ਦੇ ਸਨਮੁਖ ਕਰਾਂ। ਅਤੇ ਮੈਂ ਇਸ ਵਕਤ ਪਹੁੰਚਿਆ ਹਾਂ ਹੁਸ਼ਿਆਰਪੁਰ ਦੇ ਕੋਟ ਪਤੂਹੀ ਲਾਗੇ ਪਿੰਡ ਹਕੂਮਤਪੁਰ ਵਿੱਚ ਵਸਦੇ ਨਿਰਮਲ ਨਿੰਮਾ ਜੀ ਸਾਹਿਬ ਦੇ ਬਹੁਤ ਨਜ਼ਦੀਕ ਰਹੇ ਆ। ਅਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸਾਹਿਬ ਕਾਂਸ਼ੀ ਰਾਮ ਜੀ ਨੇ ਐਡੀ ਵੱਡੀ ਮੂਵਮੈਂਟ ਕਿਵੇਂ ਖੜੀ ਕੀਤੀ। ਨਿਰਮਲ ਨਿੰਮਾ ਜੀ, ਤੁਹਾਡਾ ਸਭ ਤੋਂ ਪਹਿਲਾਂ ਡੇਲੀ ਲੋਕ ਆਵਾਜ਼ 'ਤੇ ਸਵਾਗਤ ਹੈ। ਧੰਨਵਾਦ ਜੀ। ਮੈਂ ਡੇਲੀ ਲੋਕ ਆਵਾਜ਼ ਦੇ ਸਾਰੇ ਹੀ ਟੀਮ ਦਾ ਧੰਨਵਾਦ ਕਰਦਾ ਔਰ ਵਿਸ਼ੇਸ਼ ਕਰਕੇ ਪੰਮੀ ਲਾਲੂ ਮਜਾਰਾ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਹੀ ਯੋਗ ਉਪਰਾਲਾ ਕਰਕੇ ਜੋ ਸਾਹਿਬ ਕਾਂਸ਼ੀ ਰਾਮ ਜੀ ਦੇ ਬਹੁਤ ਨਜ਼ਦੀਕ ਰਹੇ ਸਾਥੀ ਆ ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਾਉਣ ਦਾ ਫੈਸਲਾ ਕੀਤਾ। ਸੋ ਮੈਂ ਬਹੁਤ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ, ਤੁਹਾਡੀ ਟੀਮ ਦਾ, ਤੁਹਾਡੇ ਸਰੋਤਿਆਂ ਦਾ ਜੀ। ਧੰਨਵਾਦ ਜੀ। ਨਿਰਮਲ ਭਾਅ ਜੀ, ਸਭ ਤੋਂ ਪਹਿਲਾਂ ਇਹ ਦੱਸਣ ਦੀ ਕੋਸ਼ਿਸ਼ ਕਰੋ ਵੀ ਸਾਹਿਬ ਦੇ ਸੰਪਰਕ ਵਿੱਚ ਤੁਸੀਂ ਕਿੱਦਾਂ ਆਏ ਜਾਂ ਕਿੱਦਾਂ ਤੁਹਾਨੂੰ ਲੱਗਿਆ ਵੀ ਸਾਹਿਬ ਦੇ ਸੰਪਰਕ ਵਿੱਚ ਜਾਂ ਉਹਨਾਂ ਦੀ ਰਹਿਨੁਮਾਈ ਹੇਠ ਸਾਨੂੰ ਮੂਵਮੈਂਟ ਵਿੱਚ ਕੰਮ ਕਰਨਾ ਚਾਹੀਦਾ। ਲਾਲੂ ਮਜਾਰਾ ਜੀ, ਮੈਂ 1978 ਦੇ ਵਿੱਚ ਮੈਟਰਿਕ ਕੀਤੀ ਆ ਸੀਨੀਅਰ ਸੈਕੰਡਰੀ ਸਕੂਲ ਪਾਲਦੀ ਵਿਖੇ। ਸੋ ਤੋਂ ਬਾਅਦ ਅਸੀਂ ਪ੍ਰੈਪ ਜੁਆਇਨ ਕੀਤੀ SGS ਖਾਲਸਾ ਕਾਲਜ ਮਾਲਪੁਰ। ਸੋ ਜਦੋਂ ਅਸੀਂ ਕਾਲਜ ਲਾਈਫ ਵਿੱਚ ਐਂਟਰ ਕੀਤਾ ਤਾਂ ਸਾਹਿਬ ਕਾਂਸ਼ੀ ਰਾਮ ਦੀ ਜਿਹੜੀ ਮੂਵਮੈਂਟ ਹੈ ਬਾਮਸਿਫ ਦੇ ਰਾਹੀਂ, ਤਾਂ ਉਹ ਮੂਵਮੈਂਟ ਜਿਹੜੀ ਕਾਲਜ ਵਿੱਚ ਆ ਚੁੱਕੀ ਸੀ, ਤਾਂ ਸਾਨੂੰ ਫਿਰ ਉਸ ਮੂਵਮੈਂਟ ਦੇ ਵਿੱਚ ਕੁੱਦਣ ਦਾ ਮੌਕਾ ਜਿਹੜਾ ਮਾਲਪੁਰ ਕਾਲਜ ਤੋਂ ਸਾਨੂੰ ਮਿਲਿਆ। ਤਾਂ 1978 ਤੋਂ ਬਾਅਦ ਮੈਟਰਿਕ ਕਰਨ ਤੋਂ ਬਾਅਦ ਮੈਂ 1979 ਰੱਖ ਲਓ। ਸੋ 1979 ਦੇ ਵਿੱਚ ਮੈਂ ਜਿਹੜਾ ਸਾਹਿਬ ਕਾਂਸ਼ੀ ਰਾਮ ਜੀ ਦੀ ਲਹਿਰ ਬਾਮ ਸੇਫ ਦੇ ਮਾਧਿਅਮ ਤੋਂ ਉਹਦੇ ਵਿੱਚ ਕੁੱਦ ਗਿਆ। ਸਭ ਤੋਂ ਪਹਿਲਾਂ ਤੁਸੀਂ ਸਾਹਿਬ ਕਾਂਸ਼ੀ ਰਾਮ ਜੀ ਨੂੰ ਕਿੱਥੇ ਦੇਖਿਆ ਜਾਂ ਉਹਨਾਂ ਦਾ ਕੇਡਰ ਕੈਂਪ ਕਿੱਥੇ ਅਟੈਂਡ ਕੀਤਾ ਜਾਂ ਉਹਨਾਂ ਨੂੰ ਪਹਿਲੀ ਵਾਰ ਕਿੱਥੇ ਸੁਣਿਆ? ਸਾਹਿਬ ਕਾਂਸ਼ੀ ਰਾਮ ਨੂੰ ਅਸੀਂ ਸਭ ਤੋਂ ਪਹਿਲਾਂ ਪਾਰੋਵਾਲ ਗੜ੍ਹਸ਼ੰਕਰ ਦੇ ਕੋਲ ਇੱਕ ਛੋਟਾ ਜਿਹਾ ਪਿੰਡ ਹੈ, ਸੋ ਉੱਥੇ ਅਸੀਂ ਪਾਰੋਵਾਲ ਸਾਹਿਬ ਕਾਂਸ਼ੀ ਰਾਮ ਜੀ ਨੂੰ ਸੁਣਿਆ। ਸੋ ਉਹਨਾਂ ਨੇ ਜਦੋਂ ਡਾਕਟਰ ਅੰਬੇਡਕਰ ਸਾਹਿਬ ਬਾਰੇ ਗੱਲਬਾਤ ਕੀਤੀ ਤਾਂ ਪੰਮੀ ਲਾਲੂ ਮਜਾਰਾ ਜੀ, ਮੈਂ ਦੱਸਣਾ ਚਾਹੁੰਦਾ ਕਿ ਸਾਡੇ ਘਰ ਡਾਕਟਰ ਅੰਬੇਡਕਰ ਸਾਹਿਬ ਦੀ ਫੋਟੋ ਲੱਗੀ ਹੋਈ ਸੀ, ਪਰ ਮੈਂ ਉਸ ਫੋਟੋ ਤੋਂ ਅਣਜਾਣ ਸਾਂ। ਬਿਲਕੁਲ ਵੀ ਸਾਨੂੰ ਇੰਨਾ ਕੁ ਪਤਾ ਸੀ ਵੀ ਕੋਈ ਡਾਕਟਰ ਹੋਣਾ, ਪਰ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਨੇ ਡਾਕਟਰ ਅੰਬੇਡਕਰ ਦੀ ਮੂਵਮੈਂਟ, ਉਹਨਾਂ ਦਾ ਜੋ ਸੰਘਰਸ਼, ਸੋ ਉਹਨਾਂ ਦਾ ਜੋ ਦਲਿਤ ਸਮਾਜ ਨੂੰ, ਬਹੁਜਨ ਸਮਾਜ ਨੂੰ ਦੇਣ ਦੀ ਗੱਲ ਸਾਡੇ ਦਿਮਾਗ ਵਿੱਚ ਆਈ, ਤਾਂ ਮੈਂ ਆਪਣੇ ਘਰ ਲੱਗੀ ਫੋਟੋ ਨੂੰ ਦੇਖਿਆ ਕਿ ਇਹ ਤਾਂ ਉਹੀ ਡਾਕਟਰ ਅੰਬੇਡਕਰ ਹੈ ਜਿਹਦੀ ਗੱਲ ਸਾਹਿਬ ਕਾਂਸ਼ੀ ਰਾਮ ਜੀ ਕਰਦੇ ਆ। ਸੋ ਸਭ ਤੋਂ ਪਹਿਲਾਂ ਅਸੀਂ ਪਾਰੋਵਾਲ ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੂੰ ਸੁਣਿਆ ਅਤੇ ਉੱਥੋਂ ਫਿਰ ਅਸੀਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਕਿ ਸਾਨੂੰ ਵੀ ਸਾਹਿਬ ਕਾਂਸ਼ੀ ਰਾਮ ਜੀ ਦੀ ਸੋਚ ਦੇ ਮਗਰ ਲੱਗ ਕੇ ਜੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਮਿਸ਼ਨ ਹੈ ਔਰ ਜੋ ਉਹਨਾਂ ਦਾ ਸੰਘਰਸ਼ ਹੈ ਔਰ ਜੋ ਕਰਨਾ ਚਾਹੁੰਦੇ ਆ, ਸਾਨੂੰ ਉਹਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਚਾਉਣ ਦੇ ਲਈ ਇੱਕ ਜਿਹੜੀ ਯਾਨ ਸਾਨੂੰ ਦਿਨ ਰਾਤ ਇੱਕ ਕਰ ਲੈਣੀ ਚਾਹੀਦੀ ਆ। ਸੋ ਇਹ ਸਾਨੂੰ ਚੇਤਨਾ ਫਿਰ ਪਾਰੋਵਾਲ ਤੋਂ ਲੱਗ ਗਈ। ਤੁਹਾਨੂੰ ਸਾਹਿਬ ਦੀਆਂ ਕਿਹੜੀਆਂ ਗੱਲਾਂ ਨੇ ਹਰਟ ਕੀਤਾ ਜਾਂ ਉਹਨਾਂ ਦਾ ਇੱਦਾਂ ਦੇ ਸੰਘਰਸ਼ ਦੇ ਦਿਨਾਂ ਨੇ ਤੁਹਾਨੂੰ ਕਿੱਦਾਂ ਪ੍ਰੇਰਨਾ ਬਖਸ਼ੀ ਕਿ ਨਹੀਂ ਸਾਨੂੰ ਹੁਣ ਮੂਵਮੈਂਟ ਜੁਆਇਨ ਕਰ ਲੈਣ ਜਿਸ ਚਾਹੀਦੀ ਹੈ ਸਾਹਿਬ ਕਾਂਸ਼ੀ ਰਾਮ ਦੀ ਰਹਿਨੁਮਾਈ ਹੇਠ? ਉਹ ਕਿਹੜੀਆਂ ਗੱਲਾਂ ਸੀ ਜਿਹਨੇ ਹਰਟ ਕੀਤਾ ਜਾਂ ਕਿਹੜੀ ਲਗਨ ਜਾਂ ਕਿਹੜੀ ਤਪੱਸਿਆ ਦੇਖ ਕੇ ਤੁਹਾਨੂੰ ਲੱਗਾ ਵੀ ਨਹੀਂ
ਹੁਣ ਸਾਨੂੰ ਮੂਵਮੈਂਟ ਦੇ ਹੇਠ ਕੰਮ ਕਰਨਾ ਚਾਹੀਦਾ? ਲਾਲੋ ਮਜਾਰਾ ਜੀ ਸਾਹਿਬ ਕਾਂਸ਼ੀ ਰਾਮ ਜੀ ਨੇ ਜੋ ਸਾਨੂੰ ਪਹਿਲਾਂ ਸਮਝਾਇਆ, ਕਿ ਵੈਸੇ ਸਾਨੂੰ ਪਹਿਲਾਂ ਪਤਾ ਨਹੀਂ ਸੀਗਾ, ਕਿ ਕਾਂਸ਼ੀ ਰਾਮ ਜੀ ਨੇ ਇਹ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਸਾਡਾ ਸਮਾਜ ਹੈ ਲਗਭਗ 6000 ਜਾਤਾਂ ਵਿੱਚ ਵੰਡਿਆ ਹੋਇਆ, ਔਰ ਇੰਨਾ ਜ਼ਿਆਦਾ ਪੀੜਤ ਹੈ ਪੂਰੇ ਇੰਡੀਆ ਦੇ ਵਿੱਚ, ਜਿਹਦੀ ਦੁਰਦਸ਼ਾ ਬਿਆਨ ਨਹੀਂ ਕੀਤੀ ਜਾ ਸਕਦੀ। ਸੋ ਮੈਂ ਇੱਥੇ ਦੱਸ ਦੇਵਾਂ ਕਿ ਸਾਹਿਬ ਕਾਂਸ਼ੀ ਰਾਮ ਜੀ ਨੇ ਵੱਖ-ਵੱਖ ਸਮਿਆਂ ਦੇ ਉੱਤੇ ਜੋ ਦਲਿਤ ਸਮਾਜ ਦੇ ਬਾਰੇ ਜਿਹੜੇ ਵਿਖਿਆਨ ਕੀਤੇ ਆ, ਜਿਸ ਤਰ੍ਹਾਂ ਇੱਕ ਉਹਨਾਂ ਨੇ ਫਿਲਮ ਸੀ, ਸਟੈਟਿਕ ਫਿਲਮ ਉਸ ਵੇਲੇ ਹੁੰਦੀ ਸੀ, ਜਿਹੜੀ ਸਟੈਟਿਕ ਫਿਲਮ ਉਹਨਾਂ ਨੇ ਸਾਨੂੰ ਦਿਖਾਲੀ, ਤਾਂ ਉਹ ਸਟੈਟਿਕ ਫਿਲਮ ਨੂੰ ਬਾਅਦ 'ਚ ਮੈਂ ਵੀ ਆਪਰੇਟ ਕਰਦਾ ਰਿਹਾ। ਉਹਦੇ ਵਿੱਚ ਇਹ ਦੱਸਿਆ ਗਿਆ ਕਿਸ ਤਰ੍ਹਾਂ ਦਲਿਤ ਔਰਤਾਂ ਨੂੰ ਇੱਕ ਹਲ ਦੇ ਮੂਹਰੇ ਜੋੜ ਕੇ, ਦਲਿਤ ਔਰਤਾਂ ਨੂੰ ਹਲ ਦੇ ਮੂਹਰੇ ਜੋੜ ਕੇ, ਵੈਸੇ ਬਲਦਾਂ ਨੂੰ ਜੋੜਿਆ ਜਾਂਦਾ, ਪਰ ਭਾਰਤ ਦੇ ਅੰਦਰ ਔਰਤਾਂ ਨੂੰ ਜੋੜਿਆ ਜਾਂਦਾ ਸੀ। ਸੋ ਕਿਸ ਤਰ੍ਹਾਂ ਜਿਹੜਾ ਮੰਨ ਲਓ ਕਿ ਸਾਡੇ ਸਮਾਜ ਦੇ ਉੱਤੇ ਜ਼ੁਲਮ ਤਸ਼ੱਦਦ ਹੁੰਦਾ ਸੀ, ਉਹ ਸਾਰੀ ਜਿਹੜੀ ਸਟੈਟਿਕ ਫਿਲਮ ਦੇ ਵਿੱਚ ਸਾਨੂੰ ਦਰਸਾਇਆ ਗਿਆ। ਔਰ ਮਹਾਤਮਾ ਜੋਤੀ ਰਾਓ ਜੀ ਦੇ ਮਿਸ਼ਨ, ਉਹਨਾਂ ਦੀ ਦਾਸਤਾਨ, ਇਹ ਸਾਰੀਆਂ ਜਿਹੜੀਆਂ ਸਵਿਤਰੀ ਬਾਈ ਫੂਲੇ, ਸੋ ਉਹਨਾਂ ਦੀ ਦਾਸਤਾਨ, ਉਹਨਾਂ ਦਾ ਸੰਘਰਸ਼, ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸੰਘਰਸ਼, ਉਹਨਾਂ ਦੀ ਦਾਸਤਾਨ, ਇਹ ਸਾਰਾ ਕੁਛ ਜਿਹੜਾ ਸਾਹਿਬ ਕਾਂਸ਼ੀ ਰਾਮ ਜੀ ਨੇ ਸਾਨੂੰ ਦਰਸਾਇਆ। ਸੋ ਤਾਂ ਜਾ ਕੇ ਸਾਨੂੰ ਇਹ ਲਗਨ ਲੱਗੀ ਕਿ ਸਾਨੂੰ ਵੀ ਇਸ ਮਿਸ਼ਨ ਵਿੱਚ ਕੁੱਦ ਜਾਣਾ ਚਾਹੀਦਾ। ਤੋ ਬੜੀ ਛੋਟੀ ਉਮਰ ਸੀਗੀ, ਉਹ ਕੋਈ ਘਰ ਦੀ ਹਾਲਾਤ ਵੀ ਇੰਨੇ ਵਧੀਆ ਨਹੀਂ ਸੀ, ਅਤੇ ਹੁਣ ਵੀ ਉਹੋ ਜਿਹੇ ਹੀ ਹਾਲਾਤ, ਪਰ ਅਸੀਂ ਸਮਝਿਆ ਕਿ ਸਾਹਿਬ ਕਾਂਸ਼ੀ ਰਾਮ ਬਹੁਤ ਹੀ ਇੱਕ ਨੇਕ ਉਪਰਾਲਾ ਕਰ ਰਹੇ ਆ, ਸੋ ਅਸੀਂ ਵੀ ਉਹਦੇ ਮੂਵਮੈਂਟ ਵਿੱਚ ਕੁੱਦ ਪਏ। ਨਿਰਮਲ ਜੀ, ਜਿਹੜੀ ਤੁਸੀਂ ਸਟੈਟਿਕ ਫਿਲਮ ਦੀ ਗੱਲ ਕੀਤੀ ਆ, ਅਕਸਰ ਇਹ ਫਿਲਮਾਂ ਜਾਂ ਇਹ ਜਿਹੜੀ ਦ੍ਰਿਸ਼ ਆ ਜਾਂ ਇਹ ਉਹ ਇੱਦਾਂ ਦੀਆਂ ਮੂਰਤੀਆਂ ਬਣਾਉਂਦੇ ਸੀ ਜਾਂ ਝਾਕੀਆਂ ਤਿਆਰ ਕਰਦੇ ਸੀ, ਛੱਤੀਸਗੜ੍ਹ ਵਿੱਚ ਅਕਸਰ ਉਹਨਾਂ ਦੀਆਂ, ਜਾਂ ਉੱਤਰ ਪ੍ਰਦੇਸ਼ ਵਿੱਚ, ਜਾਂ ਹਿੰਦੀ ਬੈਲਟ ਜਾਂ ਮਹਾਰਾਸ਼ਟਰ ਤੱਕ ਵੀ ਇਹ ਸੁਣਨ ਨੂੰ ਮਿਲਦਾ ਸੀ ਕਿ ਸਾਹਿਬ ਅਕਸਰ ਇੱਦਾਂ ਦੀਆਂ ਝਾਕੀਆਂ ਤਿਆਰ ਕਰਕੇ ਅਤੇ ਉਹ ਲਾਉਂਦੇ ਸੀ। ਪਰ ਪੰਜਾਬ ਵਿੱਚ ਵੀ ਉਹ ਜਿਹੜੀ ਇਹ ਪਹਿਲੀ ਘਟਨਾ ਸ਼ਾਇਦ 1982 ਵਿੱਚ ਉਹਨੇ ਚੱਕ ਹਕੀਮ ਵਿੱਚ ਇਹਨੇ ਝਾਕੀ ਨੂੰ ਦਰਸਾਇਆ ਸੀ। ਕੀ ਤੁਸੀਂ ਉਹਨਾਂ ਬਾਰੇ ਕੋਈ ਉਸ ਝਾਕੀਆਂ ਦੇ ਕੋਈ ਗਵਾਹ ਹੋ? ਹਾਂ, ਚੱਕ ਹਕੀਮ ਦੇ ਵਿੱਚ ਜਦੋਂ ਸਾਹਿਬ ਕਾਂਸ਼ੀ ਰਾਮ ਜੀ ਆਏ, ਸੋ ਮੈਂ ਦੱਸ ਦਿਆਂ ਕਿ ਉਹ ਬੜੇ ਹਨੇਰੀ ਝੱਖੜ ਸੀ ਉਸ ਵੇਲੇ, ਅਤੇ ਅਗਸਤ ਦੀ ਇਹ ਘਟਨਾ ਆ। ਸੋ ਸਾਹਿਬ ਕਾਂਸ਼ੀ ਰਾਮ ਜੀ ਨੂੰ ਅਸੀਂ ਉੱਥੇ ਮਿਲੇ, ਪਰ ਉਹ ਸਟੇਬਲ ਰਹੇ, ਲਾਲੋ ਮਜਾਰਾ ਜੀ, ਉਹ ਉੱਥੋਂ ਹਿੱਲੇ ਨਹੀਂ। ਜਿਹੜਾ ਸਾਡਾ ਟੈਂਟ ਸੀ ਉੱਥੇ, ਉਹ ਵੀ ਉਖੜ ਗਿਆ, ਬਹੁਤ ਮੁਸ਼ਕਿਲ ਆਈ, ਮੀਂਹ ਬਾਰਿਸ਼ ਹਨੇਰੀ ਅੱਤ ਦੀ। ਸੋ ਸਾਹਿਬ ਕਾਂਸ਼ੀ ਰਾਮ ਜੀ ਆਪਣੇ ਮਿਸ਼ਨ ਵਿੱਚ ਅਡੋਲ ਰਹੇ। ਸੋ ਅਸੀਂ ਬਹੁਤ ਸਾਰੇ ਸਾਥੀ ਸੀ ਸਾਡੇ ਨਾਲ, ਅਸੀਂ ਉੱਥੇ ਗਏ ਹੋਏ ਸਾਂ। ਸਾਡੇ ਉੱਤੇ ਐਡਾ ਪ੍ਰਭਾਵ ਪਿਆ ਕਿ ਐਡਾ ਵੱਡਾ ਮਹਾਂਪੁਰਸ਼, ਐਡਾ ਵੱਡਾ ਰਹਿਬਰ ਜਿਹੜਾ ਅਡੋਲ ਹੈ, ਸੋ ਇਹਨੂੰ ਆਪਣੇ ਹਲਕੇ ਦੇ ਵਿੱਚ ਵੀ ਸਾਨੂੰ ਲਿਜਾਣਾ ਚਾਹੀਦਾ। ਸੋ ਪੰਮੀ ਜੀ, ਸੋ ਅਸੀਂ ਉਹਨਾਂ ਦੇ ਪੀਏ ਨੂੰ ਅਪਰੋਚ ਕੀਤੀ। ਸੋ ਮੈਂ ਦੱਸ ਦੇਵਾਂ ਕਿ ਪੀਏ ਸਾਹਿਬ ਨੇ ਸਾਨੂੰ ਕਿਹਾ ਕਿ ਸਾਹਿਬ ਕੋਲ ਟਾਈਮ ਨਹੀਂ। ਇਹ ਸਾਹਿਬ ਤਾਂ ਬੜੇ ਸਿੰਪਲ ਸੀਗੇ, ਅਸੀਂ ਸਾਹਿਬ ਦੇ ਨਾਲ ਇੱਦਾਂ ਹੀ ਕੁਰਸੀਆਂ 'ਤੇ ਬੈਠੇ ਸੀਗੇ, ਅਤੇ ਸਾਹਿਬ ਨੇ ਸਾਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ। ਉਹ ਅਸੀਂ ਕਿਹਾ, ਨਿਰਮਲ ਜੀ, ਤੁਹਾਡੇ ਜ਼ਿਹਨ ਵਿੱਚ ਵੀ ਇੱਦਾਂ ਦੇ ਕਿੱਸੇ ਹੋਣਗੇ ਜਿਹੜੇ ਸਾਹਿਬ ਦੇ ਨਾਲ, ਇੱਕ ਇਤਿਹਾਸਕ ਕਿੱਸੇ, ਜਾਂ ਉਹਨਾਂ ਦੇ ਬਹੁਤ ਲੜਾਈਆਂ ਲੜੀਆਂ ਸਮਾਜ ਦੀ ਖਾਤਰ, ਅਤੇ ਇੱਕ ਕਿੱਸਾ ਤੁਹਾਡੇ ਜ਼ਿਹਨ ਵਿੱਚ ਸ਼ਾਇਦ ਜੰਮੂ ਕਸ਼ਮੀਰ ਦਾ ਵੀ ਆ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਸ਼ਾਇਦ 1982-83 ਦਾ, ਅਤੇ ਉਹ ਸਰੋਤਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀ। ਹਾਂਜੀ ਪੰਮੀ ਲਾਲੋ ਮਜਾਰਾ ਜੀ, ਇਹ 1982 ਦੀ ਗੱਲ ਹੈ, 82-83 ਰੱਖ ਲਓ। ਜੰਮੂ ਕਸ਼ਮੀਰ ਦੇ ਵਿੱਚ DS4 ਦੇ ਮਾਧਿਅਮ ਤੋਂ ਜਿਹੜੀਆਂ ਜੰਮੂ ਕਸ਼ਮੀਰ ਅਸੈਂਬਲੀ ਦੀਆਂ ਇਲੈਕਸ਼ਨਾਂ ਹੋਣ ਜਾ ਰਹੀਆਂ ਸੀ, ਜਿਹੜਾ ਸਾਡਾ ਉੱਥੇ ਹੈੱਡ ਆਫਿਸ ਸੀ ਕਬੀਰ ਕਲੋਨੀ। ਕਬੀਰ ਕਲੋਨੀ ਵਿੱਚ ਅਸੀਂ ਠਹਿਰੇ ਹੋਏ ਸੀ, ਅਤੇ ਸਾਹਿਬ ਕਾਂਸ਼ੀ ਰਾਮ ਜੀ ਉਸ ਵੇਲੇ ਐਟਲਸ ਸਾਈਕਲ 'ਤੇ ਚੱਲਦੇ ਸੀ। ਸੋ ਅਸੀਂ ਵੀ ਪੰਜਾਬ ਤੋਂ ਸਾਈਕਲ ਦੇ ਉੱਤੇ ਗਏ ਸੀ, ਦੋ ਸਾਥੀ ਮੇਰੇ ਨਾਲ, ਅਵਤਾਰ ਸਿੰਘ ਔਰ ਬਲਬੀਰ ਸਿੰਘ ਮੇਰੇ ਪਿੰਡ ਤੋਂ ਸੀ। ਸੋ ਹੋਰ ਵੀ ਸਾਥੀ ਸੀ ਜਿਹੜੇ ਹੁਣ ਇਸ ਦੁਨੀਆ 'ਤੇ ਨਹੀਂ ਰਹੇ। ਸੋ ਜਦੋਂ ਉੱਥੇ ਅਸੀਂ ਪ੍ਰਚਾਰ ਕਰਦੇ ਸੀ DS4 ਦੇ ਮਾਧਿਅਮ ਤੋਂ ਆਪਣੇ ਕੈਂਡੀਡੇਟਾਂ ਦੇ ਹੱਕ ਵਿੱਚ,
ਉਹ ਸਾਹਿਬ ਅੱਗੇ ਚੱਲਦੇ ਹੁੰਦੇ ਸੀ। ਉਹ ਸਾਡੀ ਜਿਹੜੀ ਟੀਮ ਆ ਸਿੰਗਲ ਲਾਈਨ ਦੇ ਵਿੱਚ ਉਹਨਾਂ ਦੇ ਪਿੱਛੇ ਚੱਲਣਾ। ਅਤੇ ਜਦੋਂ ਉਸ ਵੇਲੇ DS4 ਦਾ ਇੱਕ ਇੱਕ ਝੰਡਾ ਅਤੇ ਇੱਕ ਇੱਕ ਡੰਡਾ, ਜਿਹਨੂੰ ਡਾਂਗ ਅਸੀਂ ਕਹਿੰਦੇ ਹਾਂ, ਡਾਂਗ ਦਿੱਤੀ ਹੋਈ ਹੁੰਦੀ ਸੀ ਸਾਹਿਬ ਕਾਂਸ਼ੀ ਰਾਮ ਜੀ ਨੇ, ਕਿ ਆਪਣਾ ਜਿਹੜਾ ਝੰਡਾ ਹੈ ਇਹਦੀ ਰਾਖੀ ਕਰਨੀ ਹੈ, ਸਾਨੂੰ ਜਾਨ ਤੋਂ ਪਿਆਰਾ। ਸੋ ਮੈਂ ਦੱਸ ਦੇਵਾਂ ਕਿ ਉੱਥੇ ਜਿਹੜੇ ਰਾਣੇ ਲੋਕ ਸੀ, ਰਾਜਪੂਤ ਲੋਕ, ਉਹ ਸਾਨੂੰ ਆਖਰਕਾਰ ਇਸ ਗੱਲ ਨਾਲ ਬੁਲਾਉਂਦੇ ਹੁੰਦੇ ਵੀ DS4 ਸਾਰੇ ਚੋ ਝੱਗਾ ਹੋਰ ਪਜਾਮਾ ਹੋਰ। ਸੋ ਇਹ ਸਾਰੀਆਂ ਹਰਕਤਾਂ ਨੂੰ ਦੇਖਦੇ ਹੋਏ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੀ ਪ੍ਰੋਟੈਕਸ਼ਨ ਦਾ ਪ੍ਰਬੰਧ ਕੀਤਾ ਹੋਇਆ ਸੀ। ਸੋ ਇਹ ਘਟਨਾ ਮੈਂ ਦੱਸ ਦੇਵਾਂ ਕਿ ਜਿਹੜਾ ਮੇਰਾ ਸਾਥੀ ਸੀ ਬਲਬੀਰ ਸਿੰਘ, ਜੋ ਇਸ ਦੁਨੀਆ 'ਤੇ ਹੁਣ ਨਹੀਂ ਰਿਹਾ, ਉਹ ਮੇਰੇ ਅੱਗੇ ਚੱਲ ਰਿਹਾ ਸੀ। ਸੋ ਇੱਕ ਰਾਣੇ ਨੇ ਉਹਦੇ ਝੰਡੇ ਨੂੰ ਹੱਥ ਪਾਇਆ। ਸੋ ਮੈਂ ਜੋ ਸਾਹਿਬ ਕਾਂਸ਼ੀ ਰਾਮ ਜੀ ਵੱਲੋਂ ਦਿੱਤੀ ਹੋਈ ਡਾਂਗ ਸੀ ਮੇਰੇ ਸਾਈਕਲ ਦੇ ਵਿੱਚ ਸੀ, ਸੋ ਮੈਂ ਸਾਈਕਲ ਉਸ ਰਾਣੇ ਦੇ ਸਿਰ ਦੇ ਵਿੱਚ ਮਾਰੀ। ਅੱਗਿਓਂ ਹਰਭਜਨ ਲਾਖਾ ਜੀ ਆ ਗਏ। ਸੋ ਉਹਨਾਂ ਨੇ ਡਾਂਗ ਰੋਕ ਲਈ। ਇੰਨੇ ਨੂੰ ਸਾਹਿਬ ਕਾਂਸ਼ੀ ਰਾਮ ਜੀ ਨੂੰ ਪਤਾ ਲੱਗ ਗਿਆ। ਸਾਹਿਬ ਕਾਂਸ਼ੀ ਰਾਮ ਜੀ ਇੱਕ ਐਸੇ ਰਹਿਬਰ ਸੀ, ਉਹ ਵਰਕਰ ਦੇ ਉੱਤੇ ਜਾਨ ਦਿੰਦੇ ਸੀ ਔਰ ਪਿੱਛੇ ਆ ਗਏ। ਜਦੋਂ ਪਿੱਛੇ ਆ ਗਏ ਸਾਹਿਬ ਕਾਂਸ਼ੀ ਰਾਮ ਜੀ, ਉਹਨਾਂ ਮੈਨੂੰ ਪੁੱਛਿਆ ਵੀ ਕੀ ਗੱਲ ਹੋਈ ਆ। ਮੈਂ ਕਿਹਾ ਸਾਹਿਬ ਜੀ ਵੀ ਸਾਡੇ ਝੰਡੇ ਨੂੰ ਹੱਥ ਪਾਇਆ ਇਸ ਬੰਦੇ ਨੇ। ਉਹ ਮੈਨੂੰ ਪੁੱਛਦੇ ਵੀ ਡਾਂਗ ਕਿਉਂ ਨਹੀਂ ਮਾਰੀ। ਮੈਂ ਕਿਹਾ ਜੀ ਮੈਂ ਡਾਂਗ ਮਾਰੀ ਆ। ਉਹ ਮੈਨੂੰ ਕਹਿੰਦੇ ਵੀ ਲੱਗੀ ਕਿਉਂ ਨਹੀਂ। ਮੈਂ ਕਿਹਾ ਜੀ ਲੱਗੀ ਤਾਂ ਨਹੀਂ ਵੀ ਮੋਹਰੇ ਲਾਖੇ ਨੇ ਰੋਕ ਲਈ। ਉਹ ਸਾਹਿਬ ਮੈਨੂੰ ਕਹਿੰਦੇ ਵੀ ਲਾਖੇ ਦੇ ਸਿਰ 'ਚ ਡਾਂਗ ਮਾਰ। ਸੋ ਮੈਂ ਨਹੀਂ ਮਾਰ ਸਕਦਾ ਸੀ, ਉਹ ਵੀ ਸਾਡਾ ਵਰਕਰ ਸਾਥੀ ਸੀ, ਪਰ ਸਾਹਿਬ ਨੇ ਮੈਨੂੰ ਬਾਰ-ਬਾਰ ਰਿਪੀਟ ਕੀਤਾ। ਉਹ ਬਜਿੱਦ ਹੋਏ ਕਿ ਤੂੰ ਕਿਉਂ ਮਾਲੋ ਇਹ ਡਾਂਗ ਰੋਕੀ ਆ, ਇਹ ਡਾਂਗ ਦਿੱਤੀ ਕਿਸ ਕੰਮ ਵਾਸਤੇ ਆ। ਲਾਲੋ ਮਿਆਰਾ ਜੀ, ਮੈਂ ਇੱਥੇ ਇਹ ਗੱਲ ਐਡ ਕਰਨੀ ਚਾਹੁੰਦਾ ਕਿ ਇੱਕ SP ਸਾਡੀ ਸਿਕਿਉਰਿਟੀ ਵਾਸਤੇ ਦਿੱਤਾ ਹੋਇਆ ਸੀ, ਉਹ ਪਿੱਛੇ ਚੱਲ ਰਿਹਾ ਸੀ ਸਾਈਕਲ ਦੇ ਉੱਤੇ। ਜਾਨੂੰ ਉਹ ਵੀ ਆ ਗਿਆ। ਉਹ ਸਾਹਿਬ ਉਹਦੇ ਵੱਲ ਨੂੰ ਹੋ ਗਿਆ ਕਿ ਤੂੰ ਕਿਆ ਕਰ ਰਿਹਾ ਸੀ ਜਦੋਂ ਸਾਡੇ ਝੰਡੇ ਨੂੰ ਹੱਥ ਪਾਇਆ, ਤੇ ਤੂੰ ਕਿੱਥੇ ਸੀ। ਅਤੇ ਉਹ ਕਹਿਣ ਲੱਗਾ ਜੀ ਮੈਂ ਥੋੜ੍ਹਾ ਪਿੱਛੇ ਸੀ। ਸੋ ਅੱਜ ਵਰਕਰ ਕਿਸੇ ਅਫਸਰ ਨੂੰ ਫੋਨ ਕਰਨ ਤੋਂ ਵੀ ਡਰਦਾ। ਇਹ 1982-83 ਦੀ ਮੈਂ ਗੱਲ ਕਰ ਰਿਹਾ ਕਿ ਸਾਹਿਬ ਕਾਂਸ਼ੀ ਰਾਮ ਜੀ ਐਡਾ ਜਜ਼ਬਾ ਸੀ, ਐਡਾ ਉਹਨਾਂ ਦੇ ਵਿੱਚ ਮਤਲਬ ਕਿ ਵਰਕਰ ਦੇ ਪ੍ਰਤੀ ਹਿਤੈਸ਼ੀ ਸੀ। ਔਰ ਉਸ SP ਨੂੰ ਉਹ ਪੈ ਗਏ ਔਰ ਬੈਲਟ ਤੱਕ ਉਹਨਾਂ ਨੇ ਉਹਦੀ ਫੜ ਲਈ, ਹਲੂਣਿਆ ਕਿ ਤੂੰ ਸਾਡਾ ਝੰਡਾ ਜਿਹੜਾ ਉਸ ਬੰਦੇ ਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਕਿ ਤੂੰ ਸਾਡੀ ਪ੍ਰੋਟੈਕਸ਼ਨ ਵਾਸਤੇ ਪਿੱਛੇ ਤੁਰਿਆ, ਤੂੰ ਕੋਈ ਕਾਰਵਾਈ ਨਹੀਂ ਕੀਤੀ। ਔਰ ਹਦਾਇਤ ਕਰ ਦਿੱਤੀ ਸਾਹਿਬ ਕਾਂਸ਼ੀ ਰਾਮ ਜੀ ਨੇ ਵੀ ਤੂੰ ਸਾਤੋਂ 1 ਕਿਲੋਮੀਟਰ ਹੁਣ ਪਿੱਛੇ ਚੱਲੇਗਾ, ਸਾਡੇ ਨਾਲ ਨਹੀਂ ਚੱਲੇਗਾ। ਔਰ ਉਸ SP ਦੀ ਜ਼ਰੂਰਤ ਨਹੀਂ ਪਈ। ਔਰ ਜਿੰਨਾ ਚਿਰ ਅਸੀਂ 1 ਮਹੀਨਾ ਉੱਥੇ ਫਿਰ ਰਹੇ ਹਾਂ ਇਲੈਕਸ਼ਨ ਦੇ ਵਿੱਚ, ਔਰ ਉਹ ਜਿਹੜਾ SP ਸੀ 1 ਮਹੀਨਾ ਸਾਤੇ 1 ਕਿਲੋਮੀਟਰ ਪਿੱਛੇ ਚੱਲਦਾ ਰਿਹਾ। ਔਰ ਸਾਹਿਬ ਦੀ ਇਹ ਵੀ ਸਟੇਟਮੈਂਟ ਸੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨੀਲਾ ਝੰਡਾ ਹੀ ਮੇਰੇ ਲਈ ਸਭ ਕੁਛ ਹੈ। ਤਾਂ ਇਸੇ ਤਰ੍ਹਾਂ ਦੀ ਇੱਕ ਘਟਨਾ ਤੁਹਾਡੇ ਜ਼ਿਹਨ ਵਿੱਚ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 1990 ਦੀ ਜਾਂ ਬੋਟ ਕਲੱਬ 'ਤੇ ਧਰਨਾ ਦਿੱਤਾ ਜਾਂਦਾ ਸੀ, ਸ਼ਾਇਦ ਇਸੇ ਨਾਲ ਸੰਬੰਧਿਤ ਹੈ, ਸ਼ਾਇਦ ਤੁਸੀਂ ਜ਼ਿਆਦਾ ਤਫਸੀਲ ਨਾਲ ਉਹਨੂੰ ਦੱਸ ਸਕਦੇ। ਹਾਂ, ਬੋਟ ਕਲੱਬ ਵਿੱਚ ਲਗਭਗ 43 ਦਿਨ ਦਾ ਧਰਨਾ ਸੀ। ਸੋ ਅਸੀਂ ਉੱਥੇ ਹਾਜ਼ਰ ਸੀ ਬੋਟ ਕਲੱਬ ਦੇ ਵਿੱਚ। ਉਹ ਸਾਹਿਬ ਕਾਂਸ਼ੀ ਰਾਮ ਜੀ ਐਡਰੈਸ ਕਰ ਰਹੇ ਸੀ। ਸੋ ਮੈਂ ਦੱਸ ਦੇਵਾਂ ਕਿ ਉਸ ਵੇਲੇ ਆ ਜਿਹੜੀਆਂ ਐਕਟੀਵਾ ਆ, ਜਿਨ੍ਹਾਂ ਨੂੰ ਮੈਸਟਰੋ ਵੀ ਕਹਿੰਦੇ ਆ, ਸੋ ਇਹ ਚੱਲੀਆਂ ਸੀਆਂ ਹਾਲੇ। ਤਾਂ ਇੱਕ ਲੇਡੀ ਨੇ ਉਹ ਐਕਟੀਵਾ ਸਾਡੀ ਜਿਹੜੀ ਆ ਨਾ ਕਾਨਫਰੰਸ ਦੇ ਵਿੱਚ ਆ ਕੇ ਮੈਂ ਪੁਸ਼ ਕਰ ਦਿੱਤੀ। ਤੇ ਉੱਥੇ ਜਿਹੜਾ ਖੜਾ ਅਧਿਕਾਰੀ ਤਾਇਨਾਤ ਸੀ, ਸਾਹਿਬ ਨੇ ਉਹਨੂੰ ਸੰਬੋਧਨ ਕਰਕੇ ਕਿਹਾ ਕਿ ਤੂੰ ਇਹਨੂੰ ਕਿਉਂ ਨਹੀਂ ਰੋਕ ਰਿਹਾ। ਸੋ ਉਸ ਅਧਿਕਾਰੀ ਨੇ ਪੰਮੀ ਜੀ ਇਹ ਗੱਲ ਕਹੀ ਕਿ ਮੇਰੇ ਜਿਹੜੇ ਆ ਸਿਤਾਰੇ ਆ ਨਾ, ਇਹ ਕੰਮ ਹੈ, ਮੇਰੇ ਸਿਤਾਰੇ ਘੱਟ ਆ, ਵੀ ਮੇਰੇ ਕੋਲ ਪਾਵਰ ਨਹੀਂ। ਸੋ ਮੈਂ ਹੁਣ ਇਹ ਦੱਸਣ ਤੋਂ ਗੁਰੇਜ਼ ਨਹੀਂ ਕਰੂੰਗਾ ਕਿ ਸਾਹਿਬ ਨੇ ਉਹਦੇ ਜਿਹੜੇ ਸਿਤਾਰੇ ਆ ਨਾ, ਉਹ ਖਿੱਚ ਲਏ ਹੱਥ ਦੇ ਨਾਲ ਔਰ ਲਾ ਦਿੱਤੇ। बोले कि ये जो ज़्यादा सितारों वाला है अधिकारी उसको भेजो जो हमारी प्रोटेक्शन कर सके। तो उसी टाइम एक्शन हुआ
ਤੇ ਜ਼ਿਆਦਾ 17 ਵਾਲਾ ਅਧਿਕਾਰੀ ਆ ਗਿਆ। और फिर साहब ने फिर मंच तो पूछा वे आपके पास पावर है, आपके पास सितारे पूरे हैं जो हमारी रक्षा कर सकें? तो उसने बोला कि हमारे पास पावर है। तो फिर उस लेडी को बोले गए कोतवाली में। सो ये थी साहब की पावर। तो वर्कर पर वो जान देते थे। वो आजकल के लीडर हैं जो, वो तो आप जानते हो। तो साहब जो काम करते थे वो वर्कर की जान की परवाह करते थे, वर्कर के ऊपर पूरा कुर्बान रहते थे, तभी ये मूवमेंट है आगे बढ़ सके। ਸਾਹਿਬ ਕਾਂਸ਼ੀ ਰਾਮ ਕੀ ਵਜ੍ਹਾ ਸੇ ਸਾਹਿਬ ਕਾਂਸ਼ੀ ਰਾਮ ਦੀ ਵਜ੍ਹਾ ਨਾਲ ਤੁਹਾਨੂੰ ਪਤਾ ਵੀ ਡਾਕਟਰ ਅੰਬੇਡਕਰ ਨੂੰ ਰਿਫਲੈਕਟ ਕਰਨ ਵਾਲੇ ਸਾਹਿਬ ਕਾਂਸ਼ੀ ਰਾਮ ਜੀ ਨੇ, ਤੇ ਪਰ ਤੁਸੀਂ ਕਿੰਨਾ ਕਿੰਨਾ ਗੱਲਾਂ ਨੂੰ ਲੈ ਕੇ ਦੇਖਦੇ ਆ ਕਿ ਇਹਨਾਂ ਨੂੰ ਰਿਫਲੈਕਟ ਕੀਤਾ, ਕਿਹੜੀਆਂ ਕਿਹੜੀਆਂ ਐਗਜ਼ਾਮਪਲਾਂ ਦੇ ਸਕਦੇ? ਦੇਖੋ, ਮੈਂ ਇਹ ਗੱਲ ਕਹਿਣੋਂ ਗੁਰੇਜ਼ ਨਹੀਂ ਕਰ ਸਕਦਾ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜੇ ਸਾਹਿਬ ਕਾਂਸ਼ੀ ਰਾਮ ਜੀ ਨਾ ਹੁੰਦੇ ਤਾਂ ਡਾਕਟਰ BR ਅੰਬੇਡਕਰ ਜੀ ਨੂੰ ਇੰਨੀ ਰਿਫਲੈਕਸ਼ਨ ਨਾ ਮਿਲਦੀ, ਕਿਉਂਕਿ ਡਾਕਟਰ ਅੰਬੇਡਕਰ ਸਾਹਿਬ 1956 ਵਿੱਚ ਸਾਤੋਂ ਵਿਦਾ ਹੋ ਗਏ, ਪਰ ਕਿਸੇ ਗੌਰਮੈਂਟ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਮੈਂ ਵਿਸ਼ੇਸ਼ ਕਰਕੇ ਦੱਸ ਦਿਆਂ ਕਿ ਭਾਰਤ ਸਰਕਾਰ ਨੇ ਵੀ ਜਦੋਂ ਕਾਂਸ਼ੀ ਰਾਮ ਨੇ ਮੂਵਮੈਂਟ ਚੱਕੀ ਹੈ ਤਾਂ ਫਿਰ ਡਾਕਟਰ ਅੰਬੇਡਕਰ ਨੂੰ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤਾ। ਸੋ ਮੈਂ ਇੱਥੇ ਗੱਲ ਹੋਰ ਐਡ ਕਰ ਦਿਆਂ, ਜਿਹੜਾ ਰੂਸ ਹੈ, ਜਿਹੜਾ ਰੂਸ ਦਾ ਪ੍ਰਧਾਨ ਮੰਤਰੀ ਹੈ, ਸੋ ਉਹਨੂੰ ਵੀ ਫਿਰ ਡਾਕਟਰ ਅੰਬੇਡਕਰ, ਜਦੋਂ ਕਾਂਸ਼ੀ ਰਾਮ ਨੇ ਡਾਕਟਰ ਅੰਬੇਡਕਰ ਸਾਹਿਬ ਨੂੰ ਚੱਕਿਆ, ਉਹਦੀ ਮੂਵਮੈਂਟ ਨੂੰ, ਉਹਦੇ ਸੰਘਰਸ਼ ਨੂੰ ਚੱਕਿਆ, ਸੋ ਉਸ ਵੇਲੇ ਫਿਰ ਜਿਹੜਾ ਵਲਾਦੀਮੀਰ ਹੈ ਉਹਨਾਂ ਆਪਣੇ ਆਫਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਆਪਣੇ ਆਫਿਸ ਦੇ ਪਿੱਛੇ ਲਗਾਈ। ਔਰ ਜਿਹੜੀ ਅਮਰੀਕਾ ਦੇ ਵਿੱਚ ਕੋਲੰਬੀਆ ਯੂਨੀਵਰਸਿਟੀ ਹੈ, ਜਿੱਥੋਂ ਬਾਬਾ ਸਾਹਿਬ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਏ, ਸੋ ਅਮਰੀਕਾ ਦੀ ਗੌਰਮੈਂਟ ਨੇ ਵੀ ਫਿਰ ਬਾਬਾ ਸਾਹਿਬ ਦੀ ਜਿਹੜੀ ਪ੍ਰਤਿਮਾ ਆ ਉਹ ਕੋਲੰਬੀਆ ਯੂਨੀਵਰਸਿਟੀ ਦੇ ਫਰੰਟ ਗੇਟ ਦੇ ਉੱਤੇ ਲਗਾਈ ਔਰ ਉਹਨਾਂ ਨੂੰ ਸਿੰਬਲ ਆਫ ਨੌਲੇਜ ਦਾ ਖਿਤਾਬ ਦਿੱਤਾ। ਇੱਕ ਹੁਣੇ ਮੈਂ ਹੋਰ ਐਡ ਕਰਨੀ ਚਾਹੁੰਦਾ ਕਿ ਜੋ ਕੈਨੇਡਾ ਦੀ ਗੌਰਮੈਂਟ ਹੈ, ਬ੍ਰਿਟਿਸ਼ ਕੋਲੰਬੀਆ ਉਹਨੂੰ ਕਹਿੰਦੇ BC, ਉੱਥੇ ਸਟੇਟ ਹੈ ਜਿਸ ਤਰ੍ਹਾਂ ਸਾਡੀ ਸਟੇਟ ਹੈ ਪੰਜਾਬ, ਸੋ ਉਸ ਸਟੇਟ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ, ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਔਰ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ, ਜਿਹੜੇ ਕਿ ਆ ਧਰਮ ਲਹਿਰ ਦੇ ਬਾਨੀ ਹੋਏ ਆ ਦੁਆਬੇ ਦੇ ਅੰਦਰ, ਔਰ ਉੱਘੇ ਕਵੀ ਸੰਤ ਰਾਮ ਉਦਾਸੀ ਜੋ ਕਿ ਦਲਿਤ ਕਵੀ ਹੋਏ ਆ, ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਅਪ੍ਰੈਲ ਦਾ ਮਹੀਨਾ ਹੈ ਇਹ ਪਰਿਵਰਤਨ ਦਾ ਮਹੀਨਾ ਮਨਾਉਣ ਦਾ ਫੈਸਲਾ ਕੀਤਾ। ਔਰ ਉੱਥੇ ਦੀ ਗੌਰਮੈਂਟ ਨੇ, BC ਨੇ ਇਹ ਐਲਾਨ ਕਰ ਦਿੱਤਾ ਕਿ ਹਰ ਸਾਲ ਇਹਨਾਂ ਚੌਹਾਂ ਰਹਿਬਰਾਂ ਦੇ ਨਾਂ ਦੇ ਉੱਤੇ ਜਿਹੜਾ ਪਰਿਵਰਤਨ ਮਹੀਨਾ ਮਨਾਇਆ ਜਾਊਗਾ। ਔਰ ਬਕਾਇਦਾ ਉਹਨਾਂ ਨੇ ਇਹਨੂੰ ਨੋਟੀਫਾਈ ਵੀ ਕਰ ਦਿੱਤਾ, ਜਿਹੜਾ ਆਮ ਹੁਣ YouTube WhatsApp ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਨਿਰਮਲ ਜੀ, ਕਿੱਸਾ ਮੈਨੂੰ ਤੁਹਾਡਾ ਹੋਰ ਯਾਦ ਆਉਂਦਾ ਕਿ ਮਾਲਪੁਰ ਇਲਾਕੇ ਵਿੱਚ ਇੱਕ ਵਾਰੀ ਸਾਹਿਬ ਸ਼ਾਇਦ ਕੇਡਰ ਲੈ ਰਹੇ ਸੀ ਕੁਛ ਆਦਮੀ ਦਾ, ਤਾਂ ਉਹ ਕਿੱਸਾ ਕੀ ਸੀ? ਸਾਹਿਬ ਦੇ ਨੇਕਾਂ ਹੀ ਕੇਡਰ ਸੀਗੇ ਜੀ। ਮੰਨ ਲਓ ਸਾਹਿਬ ਕੇਡਰ ਲੈਂਦੇ ਰਹਿੰਦੇ ਸੀ, ਕਿਉਂਕਿ ਉਹ ਕੇਡਰ ਰਾਹੀਂ ਹੀ ਜਿਹੜੇ ਸਾਡੇ ਨੌਜਵਾਨ ਹੈ, ਯੂਥ ਹੈ, ਉਹਨਾਂ ਨੂੰ ਪ੍ਰਭਾਵਿਤ ਕਰਦੇ ਸੀ। ਸੋ ਕੇਡਰ ਦੇ ਵਿੱਚ ਉਹਨਾਂ ਨੇ ਮੰਨ ਲਓ ਕਿਸੇ ਸਾਥੀ ਬਾਰੇ ਪੁੱਛਿਆ, ਸ਼ਾਇਦ ਉਹ ਹੈਡਮਾਸਟਰ ਸੀ, ਇਹ ਸ਼ਾਇਦ ਤੁਹਾਨੂੰ ਵੀ ਯਾਦ ਹੋਏਗਾ। ਸੋ ਉਹਦੇ ਬਾਰੇ ਕੁਛ ਗੱਲਬਾਤ ਕਰਦੇ ਸੀ, ਤਾਂ ਉਹ ਮੈਨੂੰ ਹੁਣ ਜੇਨ 'ਚ ਨਹੀਂ ਗੱਲ ਆ ਰਹੀ ਕਿ ਕੀ ਗੱਲ ਹੋਈ, ਰਿਪੀਟ ਕਰ ਦਿਓ ਜੇ ਰੋਕ ਲਓ ਜਰਾ। ਸੋ ਹਾਂ, ਮੈਨੂੰ ਉਹ ਘਟਨਾ ਯਾਦ ਆਉਂਦੀ ਕਿ ਸਾਹਿਬ ਮਾਲਪੁਰ ਦੇ ਵਿੱਚ ਕੇਡਰ ਲੈ ਰਹੇ ਸੀ। ਸੋ ਉਹਨਾਂ ਨੇ ਇੱਕ ਸਾਥੀ ਬਾਰੇ ਪੁੱਛਿਆ ਕਿ ਉਹ ਹੈਡਮਾਸਟਰ ਹੈ, ਉਹ ਕਿੱਥੇ ਹੈ। ਸੋ ਦੂਸਰੇ ਸਾਥੀ ਨੇ ਦੱਸਿਆ ਕਿ ਉਹਦੀ ਜਿਹੜੀ ਮਿਸੇਜ ਹੈ ਉਹ ਸੁਸਾਈਡ ਕਰ ਗਈ। ਤਾਂ ਸਾਹਿਬ ਕਾਂਸ਼ੀ ਰਾਮ ਜੀ ਨੇ ਕਿਹਾ ਕਿ ਮੰਨ ਲਓ ਉਹ ਕਾਹਦਾ ਹੈਡਮਾਸਟਰ ਹੈ ਜਿਹਦੀ ਜਿਹੜੀ ਵਾਈਫ ਹੈ ਉਹ ਸੁਸਾਈਡ ਕਰ ਗਈ ਸੀ। ਇੱਥੇ ਉਹਨਾਂ ਨੇ ਬੜੀ ਕਲੈਰੀਫਾਈ ਗੱਲ ਕੀਤੀ ਕਿ ਜਿਹੜੀ ਵਿੱਦਿਆ ਆ ਔਰ ਗਿਆਨ
ਇਹ ਦੋ ਚੀਜ਼ਾਂ ਹੈ। ਵਿਦਿਆ ਔਰ ਗਿਆਨ ਦੋ ਚੀਜ਼ਾਂ ਹੈ। ਕਿਉਂਕਿ ਜਿਹੜੇ ਸਾਡੇ ਮਹਾਂਪੁਰਸ਼ ਹੈ, ਚਾਹੇ ਉਹ ਆਪਣੇ ਗੁਰੂ ਨਾਨਕ ਸਾਹਿਬ ਹੋਏ ਆ, ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਹੋਏ ਆ, ਚਾਹੇ ਉਹ ਗੁਰੂ ਰਵਿਦਾਸ ਮਹਾਰਾਜ ਜੀ ਹੋਏ ਆ। ਸੋ ਮੈਂ ਐਡ ਕਰਦਾ ਗੱਲ ਕਿ ਉਹ ਵੀ ਕਿਸੇ ਯੂਨੀਵਰਸਿਟੀ ਵਿੱਚ ਪੜ੍ਹੇ ਨਹੀਂ ਸੀ, ਪਰ ਜੋ ਉਹਨਾਂ ਦੇ ਵਿੱਚ ਗਿਆਨ ਸੀ, ਜੋ ਕੰਮ ਕਰ ਗਏ ਦੁਨੀਆ ਦੇ ਉੱਤੇ, ਔਰ ਉਹ ਸ਼ਾਇਦ ਹੀ ਕੋਈ ਇਨਸਾਨ ਆਉਣ ਵਾਲੇ ਸਮੇਂ ਵਿੱਚ ਕਰ ਸਕੇ। ਸੋ ਇਹ ਗੱਲ ਉਹ ਕਲੈਰੀਫਾਈ ਕਰਦੇ ਸੀ ਸਾਹਿਬ ਕਾਂਸ਼ੀ ਰਾਮ ਜੀ ਕਿ ਜਿਹੜੀ ਵਿੱਦਿਆ ਹੈ ਦੁਨਿਆਵੀ ਔਰ ਜਿਹੜਾ ਗਿਆਨ ਹੈ, ਇਹਦੇ ਵਿੱਚ ਬਹੁਤ ਅੰਤਰ ਹੈ। ਇਹ ਸਨ ਸਾਹਿਬ ਕਾਂਸ਼ੀ ਰਾਮ ਦੇ ਨਾਲ ਮੂਵਮੈਂਟ ਵਿੱਚ ਵਿਚਰਨ ਵਾਲੇ ਨਿਰਮਲ ਹਕੂਮਤਪੁਰ ਜੀ, ਅਤੇ ਜਿਨ੍ਹਾਂ ਨੇ ਸਾਹਿਬ ਦੇ ਸੰਘਰਸ਼ ਦੇ ਦਿਨਾਂ ਦੀ ਗਾਥਾ ਨੂੰ ਆਪਣੇ ਲਫ਼ਜ਼ਾਂ ਵਿੱਚ ਬਿਆਨ ਕੀਤਾ। ਅਤੇ ਮੈਂ ਅਗਲੀ ਵਾਰ ਫਿਰ ਇਸੇ ਲੜੀ ਤਹਿਤ ਕਿਸੇ ਨਵੇਂ ਸਾਥੀ ਨੂੰ ਲੈ ਕੇ ਹਾਜ਼ਰ ਹੋਵਾਂਗਾ। ਅਲਵਿਦਾ।